ਹੈਲੋ एवरीवन हियर इज ਰਮਨ ਸ਼ਰਮਾ ਐਜ਼ ਐਨ ਆਇਲਸ ਟ੍ਰੇਨਰ। ਮੈਂ ਆਪਣੇ YouTube ਚੈਨਲ ਦੇ ਉੱਤੇ ਆਇਲਸ ਨਾਲ ਜੁੜੀਆਂ ਡਿਫਰੈਂਟ ਕਾਈਂਡ ਦੀਆਂ ਵੀਡੀਓਜ਼ ਨੂੰ ਹਰ ਰੋਜ਼ ਅਪਲੋਡ ਕਰਦਾ, ਜਿਹਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਹੈਲਪ ਮਿਲਦੀ ਹੈ ਤੇ ਹਰ ਇੱਕ ਬੱਚੇ ਵੱਲੋਂ ਬਹੁਤ ਅੱਛੇ ਕੰਪਲੀਮੈਂਟਸ ਆਉਂਦੇ ਆ ਤੇ ਇੱਕ ਤੁਹਾਡੇ ਟ੍ਰੇਨਰ ਨੂੰ ਉਹ ਤੁਹਾਡੇ ਕੰਪਲੀਮੈਂਟਸ ਨੇ ਜਿਹੜੇ ਉਹ એનર્ਜੀ ਦਿੰਦੇ ਆ। ਅੱਜ ਦੀ ਜੋ ਮੈਂ ਵੀਡੀਓ ਤੁਹਾਨੂੰ ਅਪਲੋਡ ਕਰਨ ਲੱਗਿਆ ਇਹ ਸਪੈਸ਼ਲ ਬੱਚੇ ਜਿਹੜੇ ਬੱਚਿਆਂ ਦਾ ਐਗਜ਼ਾਮ 19 ਦਾ ਐਗਜ਼ਾਮ ਹੈਗਾ। देखो टू बी वेरी ऑनेस्ट आई एम नॉट गोइंग टू से कि एग्जाम ਦੇ ਵਿੱਚ ਇਹੀ ਟੌਪਿਕ ਆਏਗਾ। नो ਮੈਂ ਤੁਹਾਨੂੰ ਇਹ ਸਮਝਾ ਰਿਹਾ ਕਿ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਅਗਰੀ ਜਾਂ ਡਿਸਐਗਰੀ ਜਾਂ ਟੂ ਵਾਟ ਐਕਸਟੈਂਟ ਅਗਰੀ ਔਰ ਡਿਸਐਗਰੀ ਆਏਗਾ ਤਾਂ ਡੈਫੀਨਿਟਲੀ ਤੁਸੀਂ ਇਸ ਚੀਜ਼ ਨੂੰ ਕਿਵੇਂ ਫੋਲੋ ਕਰੋਗੇ। ਤਾਂ ਮੈਂ ਟਰਾਈ ਕਰੂੰਗਾ ਕਿ ਮੈਂ ਇਸ ਨੂੰ ਬਹੁਤ ਅੱਛੇ ਤਰੀਕੇ ਨਾਲ ਪੜਾਵਾਂ, ਤੁਹਾਨੂੰ ਟੌਪਿਕ ਐਵੇਂ ਕਲੀਅਰ ਕਰਵਾਵਾਂ ਕਿ ਤੁਹਾਨੂੰ ਇਹ ਫੀਲ ਹੋਵੇ ਕਿ ਮੈਂ YouTube ਤੇ ਨਹੀਂ ਪੜ ਰਿਹਾ, ਰਮਨ ਸਰ ਮੇਰੇ ਕੋਲ ਬੈਠ ਕੇ ਪੜਾ ਰਹੇ ਆ। ਤਾਂ ਡੈਫੀਨਿਟਲੀ ਤੁਹਾਡੀ ਹੈਲਪ ਹੋਏਗੀ ਤੇ ਤੁਸੀਂ ਬਹੁਤ ਅੱਛਾ ਕੰਫਰਟੇਬਲ ਉਸ ਚੀਜ਼ ਨੂੰ ਫੀਲ ਕਰੋਗੇ। ਆਈਐਲਸੀ ਰਾਈਟਿੰਗ ਨਾਲ ਜੁੜੇ ਜਿੰਨੇ ਵੀ ਡਾਊਟ ਹੋਣਗੇ ਮੈਂ ਟਰਾਈ ਕਰੂੰਗਾ ਕਿ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਲੀਅਰ ਕਰਵਾਵਾਂ ਤੇ ਮੈਂ ਆਪਣਾ ਬੈਸਟ ਦੇਵਾਂਗਾ ਤੁਹਾਨੂੰ। ਅੱਜ ਦੀ ਜੋ ਵੀਡੀਓ ਹੈ ਮੈਂ ਤੁਹਾਨੂੰ ਸਮਝਾਉਂਗਾ ਬੱਚੇ ਕਿ ਆਈਐਲਸੀ ਰਾਈਟਿੰਗ ਦੀ ਪਲੈਨਿੰਗ ਕਿਵੇਂ ਕਰੀ ਜਾਂਦੀ ਆ, ਵੋਕੈਬਲਰੀ ਕਿਵੇਂ ਹੋਵੇ ਆਪਣੀ, ਆਪਾਂ ਨੂੰ ਬੈਂਡ ਸਕੋਰ ਕਿਵੇਂ ਮਿਲਦੇ ਆ, ਆਪਾਂ ਆਪਣੇ ਬੈਂਡ ਸਕੋਰ ਨੂੰ ਕਿਵੇਂ ਬੂਸਟ ਕਰ ਸਕਦੇ ਆ, ਕਿਹੜੀਆਂ ਮਿਸਟੇਕਸ ਨੇ ਜਿਹੜੀਆਂ ਆਪਾਂ ਨੇ ਨਹੀਂ ਕਰਨੀਆਂ, ਹਰ ਇੱਕ ਚੀਜ਼ A to Z ਤੁਹਾਨੂੰ ਪ੍ਰੋਪਰ ਇਸ ਵੀਡੀਓ ਦੇ ਵਿੱਚ ਮੈਂ ਸ਼ੋ ਕਰੂੰਗਾ। ਮੈਂ ਟਰਾਈ ਕਰੂੰਗਾ ਕਿ ਜਿੰਨੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਇਹ ਐਸੇ ਨੂੰ ਪੜ੍ਹਾ ਦਾਂ ਬੱਚੇ, ਤਾਂ ਐਗਜ਼ਾਮ ਦੇ ਵਿੱਚ ਜਾਂ ਕਿਤੇ ਵੀ ਤੁਹਾਨੂੰ ਅਗਰੀ ਡਿਸਐਗਰੀ ਜਾਂ ਟੂ ਵਾਟ ਐਕਸਟੈਂਟ ਅਗਰੀ ਡਿਸਐਗਰੀ ਆ ਗਿਆ ਤਾਂ ਤੁਸੀਂ ਇਹਦੇ 'ਚ ਕਦੇ ਵੀ ਮਾਰ ਨਾ ਖਾਓ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੋ ਕਾਈਂਡ ਨੇਗੀਆਂ ਜਿਹਦੇ 'ਚ ਬੱਚੇ ਬੜਾ ਕਨਫਿਊਜ਼ ਹੁੰਦੇ ਆ। ਇੱਕ ਹੁੰਦੀ ਆ ਬੱਚੇ ਅਗਰੀ ਔਰ ਡਿਸਐਗਰੀ, ਨਾਲ ਮੈਂ ਤੁਹਾਨੂੰ ਹੁਣ ਸਕਰੀਨ ਦੇ ਉੱਤੇ ਸ਼ੋ ਕਰਦਾ, ਇਟ ਵੁੱਡ ਡੈਫੀਨਿਟਲੀ ਹੈਲਪ ਯੂ। ਇੱਕ ਹੁੰਦੀ ਆ ਬੱਚੇ ਆਪਣੇ ਕੋਲੇ ਅਗਰੀ ਔਰ ਡਿਸਐਗਰੀ, ਮੈਂ ਨੋਟਪੈਡ 'ਚ ਤੁਹਾਨੂੰ ਸ਼ੋ ਕਰੂੰਗਾ ਤੇ ਮੇਨ ਚੀਜ਼ ਹੈ ਕਿ ਤੁਹਾਨੂੰ ਇੰਟਰਸਟ ਪੈਦਾ ਹੋਣਾ ਚਾਹੀਦਾ ਹੈਗਾ ਤੇ ਉਹ 'ਚ ਡਾਊਟ ਨਾ ਹੋਵੇ ਕੋਈ। ਸੋ ਲੈਟ ਮੀ ਸ਼ੋ ਯੂ ਫਸਟਲੀ, ਵੈਰੀ ਫਾਈਨ। ਇੱਕ ਹੁੰਦਾ ਟੌਪਿਕ ਆਪਣਾ ਅਗਰੀ ਔਰ ਡਿਸਐਗਰੀ ਤੇ ਨੈਕਸਟ ਟੌਪਿਕ ਹੁੰਦਾ ਬੱਚੇ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ। ਹੁਣ ਇਹ ਦੋਨੋਂ ਟੌਪਿਕ ਨੇ ਨਾ ਬੱਚੇ, ਇਹ ਬਿਲਕੁਲ ਡਿਫਰੈਂਟ ਨੇ ਆਪਸ ਦੇ ਵਿੱਚ ਤੇ ਦੋਨਾਂ ਨੂੰ ਲਿਖਣ ਦਾ ਜਿਹੜਾ ਤਰੀਕਾ, ਜਿਹੜਾ ਵੇ ਆਫ ਰਾਈਟ ਹੈਗਾ ਉਹ ਵੀ ਬਿਲਕੁਲ ਡਿਫਰੈਂਟ ਹੈ। ਕਹਿਣ ਦਾ ਮਤਲਬ ਹੈ ਜੇਕਰ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਸਟੇਟਮੈਂਟ ਆ ਗਈ ਕੋਈ ਵੀ ਲਿਖ ਕੇ ਤੇ ਲਾਸਟ ਤੇ ਆ ਗਿਆ ਕੁਐਸਚਨ ਪੁੱਛਿਆ ਅਗਰੀ ਔਰ ਡਿਸਐਗਰੀ, ਤਾਂ ਤੁਸੀਂ ਮੇਰੇ ਵਰਡਸ ਤੇ ਬਿਲੀਵ ਕਰਿਓ ਬੱਚੇ, ਜਾਂ ਤੁਸੀਂ ਪ੍ਰੋਪਰ 100% ਉਸ ਚੀਜ਼ ਨਾਲ ਅਗਰੀ ਹੋ ਜਾਂ 100% ਉਸ ਚੀਜ਼ ਨਾਲ ਡਿਸਐਗਰੀ ਹੋ। ਮਤਲਬ ਕਿਸੇ ਬੱਚੇ ਨੇ ਇਹਦੇ ਚ ਪਾਰਸ਼ਲੀ ਨਹੀਂ ਜਾਣਾ, ਇਹ ਪੂਰੇ ਅੱਛੇ ਤਰੀਕੇ ਨਾਲ ਮੈਂ ਕਲੀਅਰ ਕਰ ਰਿਹਾ ਵੀਡੀਓ ਦੇ ਵਿੱਚ। ਕਹਿਣ ਦਾ ਮਤਲਬ ਹੈ ਆਪਾਂ ਨੂੰ ਇਹਦੇ ਵਿੱਚ ਦੇਖੋ ਔਰ ਮੈਂਸ਼ਨ ਹੋ ਗਿਆ, ਜਦੋਂ ਔਰ ਮੈਂਸ਼ਨ ਹੁੰਦਾ ਤਾਂ ਆਪਾਂ ਨੂੰ ਇੱਕ ਚੀਜ਼ ਮਿਲਦੀ ਹੁੰਦੀ ਹੈ। ਜਿਵੇਂ ਆਪਾਂ ਕਿਸੇ ਦੇ ਰਿਲੇਟਿਵ ਦੇ ਘਰੇ ਗਏ ਤਾਂ ਉਹਨਾਂ ਨੇ ਆਪਾਂ ਨੂੰ ਪੁੱਛਿਆ ਟੀ ਔਰ ਕਾਫੀ, ਤਾਂ ਆਪਾਂ ਨੂੰ ਦੇਖੋ ਲੈ ਕੇ ਆਉਣ ਨੂੰ ਤਾਂ ਉਹ ਦੋਨੇ ਵੀ ਲਿਆ ਸਕਦੇ ਆਪਣੇ ਲਈ, ਪਰ ਆਪਾਂ ਨੂੰ ਜਾਂ ਉਹ ਚਾਹ ਪਿਆਉਣਗੇ ਜਾਂ ਆਪਾਂ ਨੂੰ ਕਾਫੀ ਪਿਆਉਣਗੇ। ਤਾਂ ਸੇਮ ਜਦੋਂ ਔਰ ਵਰਡ ਆ ਗਿਆ ਅਗਰੀ ਔਰ ਡਿਸਐਗਰੀ, ਤਾਂ ਜਾਂ ਤਾਂ ਆਪਾਂ 100% ਬਲਕਿ ਬਾਡੀ ਪੈਰਾਗ੍ਰਾਫ 1 ਤੇ ਬਾਡੀ ਪੈਰਾਗ੍ਰਾਫ 2 ਜਾਂ ਤਾਂ ਪ੍ਰੋਪਰ ਅਗਰੀ ਦਾ ਕਰੋ ਜਾਂ ਪ੍ਰੋਪਰ ਡਿਸਐਗਰੀ ਦਾ ਕਰੋ। ਇਹ ਰੂਲ ਹੈਗਾ ਜੇ ਸਿੰਪਲ ਸਟੇਟਮੈਂਟ ਐਵੇਂ ਆਈ ਆ ਅਗਰੀ ਔਰ ਡਿਸਐਗਰੀ ਦੀ। ਜੇ ਸਟੇਟਮੈਂਟ ਚੇਂਜ ਹੋ ਕੇ ਆ ਗਈ ਬੱਚੇ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ, ਤਾਂ ਡੈਫੀਨਿਟਲੀ ਦਿਮਾਗ ਲਾ ਕੇ ਚੱਲਿਓ ਮੇਰੀ ਗੱਲ ਦਾ ਕਿ ਇਸ ਐਸੇ ਦੇ ਵਿੱਚ ਤੁਸੀਂ ਪਾਰਸ਼ਲੀ ਜਾ ਸਕਦੇ ਹੋਗੇ। ਪਾਰਸ਼ਲੀ ਜਾਣ ਦਾ ਮਤਲਬ ਬਹੁਤ ਤੁਹਾਨੂੰ ਲੋਕ ਇਹ ਕਹਿੰਦੇ ਆ ਕਿ ਐਸੇ ਨੂੰ 70-30 ਕਰੋ। ਹੁਣ ਬਹੁਤ ਬੱਚੇ ਕਨਫਿਊਜ਼ ਹੋ ਜਾਂਦੇ ਕਿ ਹਾਊ ਇਜ਼ ਇਟ ਪੋਸੀਬਲ ਕਿ ਅਸੀਂ ਐਸੇ ਨੂੰ 70-30 ਕਿਵੇਂ ਕਰੀਏ। 70-30 ਨੂੰ ਕਰਨ ਦਾ ਮਤਲਬ ਹੁੰਦਾ ਹੈਗਾ ਕਿ ਇਹਦੇ ਵਿੱਚ ਤੁਸੀਂ ਬਣਾਓ 3 ਪੈਰਾਗ੍ਰਾਫ, 3 ਪੈਰਾਗ੍ਰਾਫ ਬਣਾਉਣੇ ਆ। 2 ਪੈਰਾਗ੍ਰਾਫ ਕਿਸੇ ਇੱਕ ਨਾਲ ਜਾਂ ਅਗਰੀ ਜਾਂ ਡਿਸਐਗਰੀ, ਮਤਲਬ ਕਿ 2 ਪੈਰਾਗ੍ਰਾਫ ਨੇ ਉਹ ਇੱਕ ਹੋਣੇ ਚਾਹੀਦੇ ਤੇ ਇੱਕ ਪੈਰਾਗ੍ਰਾਫ ਉਹ ਤੋਂ ਕੰਟਰਾਡਿਕਟ ਹੋਣਾ ਚਾਹੀਦਾ ਹੈ, ਉਹ ਤੋਂ ਉਲਟ ਹੋਣਾ ਚਾਹੀਦਾ ਹੈ। ਹੋਰ ਸੌਖੀ ਭਾਸ਼ਾ ਸਮਝਾਉਣਾ ਮੈਂ ਤੁਹਾਨੂੰ ਜਿਹੜੀ ਤੁਹਾਨੂੰ ਹੈਲਪ ਹੋਏਗੀ। ਇਹਦਾ ਸਾਈਜ਼ ਮੈਂ ਤੁਹਾਨੂੰ ਛੋਟਾ ਕਰਦਾ, ਫਾਈਨ। ਦੇਖੋ ਹੁਣ ਧਿਆਨ ਨਾਲ ਸੁਣੋ ਮੇਰੀ ਗੱਲ, ਆਪਾਂ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਡਿਸਐਗਰੀ ਨੂੰ ਕਿਵੇਂ ਲਿਖਣਾ ਹੈਗਾ, ਗੌਰ ਨਾਲ ਸੁਣਿਓ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਮੈਂ ਤੁਹਾਨੂੰ ਸਟਰਕਚਰ ਸਮਝਾ ਰਿਹਾ। ਇੰਟਰੋਡਕਸ਼ਨ ਦੇ ਵਿੱਚ ਹਮੇਸ਼ਾ 2 ਥਿੰਗਸ ਮੈਂਸ਼ਨ ਹੁੰਦੀਆਂ ਨੇ। ਸਭ ਤੋਂ ਪਹਿਲੀ ਚੀਜ਼ ਹੈ that is called a rephrase ਤੇ ਸੈਕੰਡ ਚੀਜ਼ ਹੈ that is called a thesis। ਹੁਣ ਇਹ ਗੱਲ ਗੌਰ ਨਾਲ ਸੁਣਿਓ ਬੱਚੇ, ਚਾਹੇ ਟੌਪਿਕ ਅਗਰੀ ਔਰ ਡਿਸਐਗਰੀ ਦਾ ਹੈ, ਚਾਹੇ ਟੌਪਿਕ ਟੂ ਵਾਟ ਐਕਸਟੈਂਟ ਅਗਰੀ ਡਿਸਐਗਰੀ ਹੈ, ਚਾਹੇ ਟੌਪਿਕ ਬੋਥ ਵਿਊ ਹੈ,
प्रॉब्लम सॉल्यूशन है, एडवांटेज डिसएडवांटेज है, पॉजिटिव नेगेटिव है, डायरेक्ट क्वेश्चन है, मतलब टॉपिक ਜਿਹੜਾ ਮਰਜ਼ੀ ਹੈ ਉਹਦੀ ਸਟਾਰਟਿੰਗ ਤਾਂ ਇੰਟਰੋਡਕਸ਼ਨ ਤੋਂ ਹੀ ਹੋਏਗੀ ਤੇ ਸਾਰਿਆਂ ਦੀ ਇੰਟਰੋਡਕਸ਼ਨ ਸੇਮ ਹੁੰਦੀ ਆ ਰੀਫਰੇਜ਼ ਪਲੱਸ ਥੀਸਿਸ ਤੇ ਇਹਦਾ ਆਪਾਂ ਨੂੰ 0.5 ਬੈਂਡ ਮਿਲ ਜਾਂਦਾਗਾ ਕਿ ਸਟਾਰਟਿੰਗ ਤੁਹਾਡੀ ਕਿਸ ਲੈਵਲ ਦੀ ਹੈ। ਜੇਕਰ ਅੱਜ ਵੀ ਕੋਈ ਬੱਚਾ ਜਰਨਲ ਲਾਈਨ ਲਿਖ ਦੇਗਾ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਟ੍ਰੈਂਡ ਪੁਰਾਣਾ ਹੋ ਗਿਆ ਰਾਈਟਿੰਗ ਦਾ, ਪਲੀਜ਼ ਇਸ ਨੂੰ ਫੋਲੋ ਨਾ ਕਰੋ। ਤੇ ਆਪਾਂ ਹੁਣ ਜਸਟ 2 ਥਿੰਗਸ ਨੂੰ ਮੈਂਸ਼ਨ ਕਰਾਂਗੇ ਰਾਈਟਿੰਗ ਦੇ ਵਿੱਚ। ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਜਸਟ 2 ਥਿੰਗਸ ਮੈਂਸ਼ਨ ਹੁੰਦੀਆਂ ਨੇ। ਨੰਬਰ 1 ਰੀਫਰੇਜ਼, ਨੰਬਰ 2 ਥੀਸਿਸ, ਦੈਟਸ ਇਟ। ਇਸ ਤੋਂ ਬਿਨਾ ਕੁਝ ਨਹੀਂ। ਤੇ ਕਿਸੇ ਵੀ ਬੱਚੇ ਨੂੰ ਇਹ ਪ੍ਰੈਸ਼ਰ ਨਹੀਂ ਹੈਗਾ ਕਿ ਜਿਹੜੀ ਤੁਹਾਡੀ ਇੰਟਰੋ ਹੈ ਉਹ 3 ਲਾਈਨ ਚ ਜਾਂ 4 ਲਾਈਨ ਚ 5 ਲਾਈਨ ਚ ਖਤਮ ਹੋਣੀ ਚਾਹੀਦੀ ਆ। ਬਿਲਕੁਲ ਗਲਤ ਆ, ਡਰਾਇਆ ਜਾਂਦਾ ਹੈ। ਇਸ ਤੋਂ ਵੱਧ ਕੁਝ ਨਹੀਂ ਹੈਗਾ। ਤੁਹਾਡੀ ਆਪਣੀ ਚੁਆਇਸ ਹੈ, ਤੁਹਾਡਾ ਐਸੇ ਸ਼ਾਇਦ ਕਈ ਵਾਰ ਸਟੇਟਮੈਂਟ ਬਹੁਤ ਲੈਂਥੀ ਆ ਗਈ ਤਾਂ ਹਾਊ ਇਜ਼ ਇਟ ਪੋਸੀਬਲ ਕਿ ਮੈਂ 3 ਲਾਈਨਾਂ ਚ ਉਹਨੂੰ ਖਤਮ ਕਰ ਦੂੰਗਾ, ਜਾਂ ਕਈ ਵਾਰ ਕੀ ਸਟੇਟਮੈਂਟ ਬਿਲਕੁਲ 1 ਲਾਈਨ ਦੀ ਹੈਗੀ, ਹਾਊ ਇਜ਼ ਇਟ ਪੋਸੀਬਲ ਕਿ ਮੈਂ ਉਹਨੂੰ 5 ਲਾਈਨ ਚ ਲੈ ਜਾਊਂਗਾ। ਮਤਲਬ ਯਾਰ ਅਕੋਰਡਿੰਗ ਟੂ ਸਟੇਟਮੈਂਟ ਆਪਾਂ ਉਸ ਚੀਜ਼ ਨੂੰ ਕਰਦੇ ਹੁੰਨੇ ਆ ਤੇ ਡਰਨ ਦੀ ਲੋੜ ਨਹੀਂ ਹੈਗੀ ਕਿ ਇੱਕ ਬੀਪੀ ਦੇ ਵਿੱਚ ਇੰਨੀਆਂ ਲਾਈਨਸ ਹੋਣੀਆਂ ਚਾਹੀਦੀਆਂ, ਦੂਜੇ ਬੀਪੀ ਚ ਇੰਨੀਆਂ ਲਾਈਨਸ ਹੋਣੀਆਂ ਚਾਹੀਦੀਆਂ ਨੇ। ਆਪਾਂ ਨੂੰ ਇਨਸਟਰਕਸ਼ਨ ਦੇ ਵਿੱਚ ਜਸਟ 250 ਵਰਡਸ ਹੁੰਦਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਇਹ ਨਹੀਂ ਹੁੰਦਾ ਕਿ ਇੰਟਰੋਡਕਸ਼ਨ ਚ ਇੰਨੇ ਵਰਡ, ਰੀਫਰੇਜ਼ ਆਪਾਂ ਬੋਡੀ ਪੈਰਾਗ੍ਰਾਫ ਚ ਇੰਨੇ, ਬੋਡੀ 2 ਚ ਇੰਨੇ, ਲਾਸਟ ਤੇ ਕਨਕਲੂਜਨ ਚ ਇੰਨੇ। ਨੈਵਰ ਐਵਰ। ਆਪਾਂ ਨੂੰ ਜਸਟ ਇੱਕ ਇਨਸਟਰਕਸ਼ਨ ਹੈ 250 ਵਰਡ। ਤੁਸੀਂ ਆਪਦੀ ਰਾਈਟਿੰਗ ਦੇ ਕਿੰਗ ਹੋ, ਤੁਸੀਂ ਆਪਦੀ ਚੁਆਇਸ ਨਾਲ ਲਿਖੋ। ਜੇ ਤਾਂ ਐਸੇ ਅਗਰੀ ਤੇ ਡਿਸਐਗਰੀ ਦੇਗਾ ਤਾਂ ਐਸੇ ਦੇ ਵਿੱਚ ਕੀ ਹੈ BP1 BP2 ਤੇ ਕਨਕਲੂਜਨ, ਗੱਲ ਖਤਮ। ਜੇ ਐਸੇ ਬੱਚੇ ਅਗਰੀ ਔਰ ਡਿਸਐਗਰੀ ਦੇ ਤਾਂ ਉਹ ਇੰਨਾ ਕੁ ਚੱਲੂਗਾ। इंट्रोडक्शन BP1 BP2 ਤੇ ਕਨਕਲੂਜਨ। ਤੇ ਇਹ ਵੀ ਯਾਦ ਰੱਖੋ ਜਿਹੜਾ BP1 ਤੇ BP2 ਹੈ ਜਾਂ ਤਾਂ ਦੋਨੇ ਅਗਰੀ ਦੇ ਹੋਣੇ ਚਾਹੀਦੇ ਆ ਜਾਂ ਦੋਨੇ ਡਿਸਐਗਰੀ ਦੇ ਹੋਣੇ ਚਾਹੀਦੇ ਆ। ਤੇ ਜੇ ਸਟੇਟਮੈਂਟ ਆ ਗਈ ਬੱਚੇ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਤਾਂ ਇਹਦੇ ਚ 3 ਪੈਰਾਗ੍ਰਾਫ ਬਣਨਗੇ, ਮਤਲਬ BP3 ਵੀ ਐਡ ਹੋਏਗਾ, ਜਿਹਨੂੰ ਹੁਣ ਆਪਾਂ ਕਹਿੰਦੇ ਹੁੰਦੇ 70-30 ਦੀ ਰੇਸ਼ੋ ਜਿਹੜੀ ਤੁਸੀਂ ਕਰਨ ਨੂੰ ਫਿਰਦੇ ਹੋ ਉਹ ਇਹਦੇ ਵਿੱਚ ਹੋਏਗੀ। ਹੁਣ ਮੈਂ ਤੁਹਾਨੂੰ ਇਹਨੂੰ ਹੋਰ ਡੀਪਲੀ ਸਮਝਾ ਦੇਣਾ। ਧਿਆਨ ਨਾਲ ਇੱਕ ਵਾਰ ਰਾਈਟਿੰਗ ਅੱਛੇ ਤਰੀਕੇ ਨਾਲ ਪੜ੍ਹ ਲਓ, ਐਗਜ਼ਾਮ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਓਗੇ। ਹੁਣ ਜਿਹੜਾ ਥੀਸਿਸ ਲਾਈਨ ਹੁੰਦਾ ਨਾ ਇੰਟਰੋਡਕਸ਼ਨ ਦਾ, ਇਹ ਐਗਜ਼ਾਮੀਨਰ ਨੂੰ ਸ਼ੋ ਕਰਦਾ ਹੁੰਦਾ ਹੈ ਕਿ ਬੱਚਾ ਕਿਹਦੇ ਵੱਲ ਅਗਰੀ ਹੈ ਜਾਂ ਕਿਹਦੇ ਵੱਲ ਡਿਸਐਗਰੀ ਆ। ਤੁਹਾਨੂੰ ਜਦੋਂ ਥੀਸਿਸ ਲਿਖੋਗੇ ਨਾ ਤਾਂ ਤੁਸੀਂ ਉਹ 'ਚ ਇੱਕ ਲਾਈਨ ਲਿਖਣਾ ਨਾ, ਆਈ ਲਾਰਜਲੀ, ਜਿਹੜੇ ਵਰਡ ਆਈ ਲਾਰਜਲੀ ਅਗਰੀ ਜਾਂ ਆਈ ਲਾਰਜਲੀ ਡਿਸਐਗਰੀ। ਹੁਣ ਜਿਹਦੇ ਕਣੀ ਤੁਸੀਂ ਲਾਰਜਲੀ ਅਗਰੀ ਹੋ ਗਏ ਤਾਂ ਉਸ ਦੇ 2 ਪੈਰਾਗ੍ਰਾਫ ਬਣਨਗੇ। ਜੇ ਤੁਸੀਂ ਕਹਿੰਦੇ ਵੀ ਆਈ ਲਾਰਜਲੀ ਡਿਸਐਗਰੀ ਤਾਂ ਡਿਸਐਗਰੀ ਦੇ 2 ਪੈਰਾਗ੍ਰਾਫ ਬਣਨਗੇ। ਹੁਣ ਮੁੱਖ ਦੀ ਗੱਲ ਮੈਂ ਤੁਹਾਨੂੰ ਇੱਕ ਸਟੇਟਮੈਂਟ ਦਿਖਾਉਣਾ, ਉਸ ਤੋਂ ਬਾਅਦ ਮੈਂ ਤੁਹਾਨੂੰ ਕੱਲੀ ਚੀਜ਼ ਸਮਝਾਉਂਗਾ ਕਿ ਬੈਂਡ ਕਿਵੇਂ ਆਉਂਦੇ ਹੁੰਦੇ ਆ ਤੇ ਕਿਹੜੀਆਂ ਪ੍ਰੋਬਲਮ ਨੇ ਜਿਹੜੀਆਂ ਬੱਚਾ ਕਰਦਾ ਤੇ ਉਹਦਾ ਸਕੋਰ ਨਹੀਂ ਆਉਂਦਾ ਹੈਗਾ। ਤਾਂ ਅੱਜ ਦੀ ਜਿਹੜੀ ਸਟੇਟਮੈਂਟ ਹੈ ਬੱਚੇ ਆਪਣੇ ਕੋਲੇ ਤੁਹਾਨੂੰ ਸ਼ੋ ਕਰਦਾ ਸਕਰੀਨ ਦੇ ਉੱਤੇ। ਸਟੇਟਮੈਂਟ ਇਹ ਆ, in the future it seems it will be difficult to live on earth। ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਲੱਗਦਾ ਹੈ ਕਿ ਧਰਤੀ ਦੇ ਉੱਤੇ ਰਹਿਣਾ ਇਹ ਬਹੁਤ ਮੁਸ਼ਕਿਲ ਹੋ ਜਾਊਗਾ। some people think more money should be spent on researching other planets to live such as Mars। ਕਈ ਲੋਕ ਸੋਚਦੇ ਆ ਵੀ ਧਰਤੀ ਤੇ ਰਹਿਣਾ ਤਾਂ ਬਹੁਤ ਔਖਾ ਹੋ ਜਾਊਗਾ, ਇਸ ਕਰਕੇ ਬਹੁਤ ਜ਼ਿਆਦਾ ਪੈਸਾ ਰਿਸਰਚ ਤੇ ਲਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਹੋਰ ਪਲੈਨਟਸ ਮਿਲ ਜਾਣ ਜਿਵੇਂ ਕਿ ਮਾਰਸ ਹੈ, ਜਿਵੇਂ ਮੰਗਲ ਗ੍ਰਹਿ। ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ। ਹੁਣ ਸਟੇਟਮੈਂਟ ਤਾਂ ਆਪਾਂ ਨੂੰ ਆ ਗਈ ਇਹ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਇਹਦੀ ਇੰਟਰੋਡਕਸ਼ਨ ਕਰਕੇ ਦਿਖਾ ਦਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਅੱਗੇ ਵੀ ਲੈ ਕੇ ਜਾਊਂਗਾ। ਹੁਣ ਇੰਟਰੋਡਕਸ਼ਨ ਨੂੰ ਕਰਨ ਦੇ ਲਈ ਦਿਮਾਗ 'ਚ ਇੱਕ ਗੱਲ ਧਿਆਨ ਨਾਲ ਸੁਣਿਓ ਮੇਰੀ, ਕਦੇ ਵੀ ਇੰਟਰੋਡਕਸ਼ਨ ਇਹ ਨਹੀਂ ਹੁੰਦੀ ਕਿ ਸਟੈਪ ਬਾਈ ਸਟੈਪ ਇੱਕ ਵਰਡ ਨੂੰ ਤੁਸੀਂ ਨੀਚੇ ਉਤਾਰੋਗੇ ਤਾਂ ਇੰਟਰੋਡਕਸ਼ਨ ਬਣੂਗੀ। ਨੈਵਰ ਐਵਰ। ਰੀਫਰੇਜ਼ ਕਰਿਆ ਮੈਂ ਤੁਹਾਨੂੰ ਇੱਕ ਵਾਰੀ ਨੂੰ ਪ੍ਰੋਪਰ ਅੱਛੇ ਤਰੀਕੇ ਨਾਲ ਤੁਹਾਨੂੰ ਸਮਝਾਉਂਗਾ, ਤੁਹਾਨੂੰ ਫੀਲ ਹੋਏਗਾ ਤੁਹਾਡਾ ਟ੍ਰੇਨਰ ਤੁਹਾਡੇ ਤੇ ਜ਼ੋਰ ਲਾ ਰਿਹਾ। ਦੇਖੋ ਜਿੰਨਾ ਮੈਂ ਬਾਕਸ ਕੀਤਾ that is called ਰੀਫਰੇਜ਼। ਇਹ ਨਾਲ ਤੁਹਾਨੂੰ ਹੈਲਪ ਕੀ ਹੋਏਗੀ, ਤੁਹਾਨੂੰ ਪਤਾ ਲੱਗ ਜਾਏਗਾ ਕਿ ਸਰ ਨੇ ਰੀਫਰੇਜ਼ ਕਿੰਨਾ ਕੁ ਕੀਤਾ ਹੈ। ਮੈਂ ਨੀਚੇ ਉੱਪਰਲੀ ਜਿੰਨੀ ਸਟੇਟਮੈਂਟ ਉਰੇ ਮਾਰਸ ਤੱਕ ਹੈ ਨਾ, ਇਹਨੂੰ ਮੈंने ਕਿਸ ਤਰੀਕੇ ਨਾਲ ਲਿਖਿਆ ਦੇਖਿਓ ਰੀਫਰੇਜ਼ ਕਿਵੇਂ ਕੀਤਾ। as humans are becoming vulnerable on earth। vulnerable word ਹੁੰਦਾ that is called unprotected। ਮਤਲਬ ਕਹਿੰਦਾ ਜਿਹੜੇ ਹਿਸਾਬ ਨਾਲ ਮਤਲਬ ਕਿ ਧਰਤੀ ਦੇ ਉੱਪਰ ਜਿਹੜਾ ਹਿਊਮਨ ਨੇ, ਜਿਹੜੇ ਇਨਸਾਨ ਨੇ ਉਹ ਅਨਪ੍ਰੋਟੈਕਟਡ ਨੇ, ਸੇਫ ਨਹੀਂ ਹੈਗੇ। some people believe that government should pour ਹੁੰਦਾ ਸਪੈਂਡ ਕਰਨਾ। ਕੁਝ ਲੋਕ ਸੋਚਦੇ ਆ ਜਿਹੜੀ ਗਵਰਨਮੈਂਟ ਹੈ ਸ਼ੁੱਡ ਸਲਾਹ ਦੇਣੀ ਹੁੰਦੀ ਹੈ, ਗਵਰਨਮੈਂਟ ਸ਼ੁੱਡ pour more money
ਇਨਟੂ ਸਪੇਸ ਰਿਸਰਚ ਹੁੰਦੀ ਹੈ ਬੱਚੇ ਜਿਹੜੀ ਅੰਤਰਿਕਸ਼ ਦੇ ਵਿੱਚ ਉੱਪਰ ਵਿਗਿਆਨੀ ਜਿਹੜੇ ਆਪਣੇ ਸਾਇੰਟਿਸਟ ਕਰਦੇ ਆ ਉਹਨੂੰ ਸਪੇਸ ਰਿਸਰਚ ਕਹਿੰਦੇ ਆ ਬਿਕੋਜ਼ ਆਫ ਦਾ ਕੁਐਸਟ ਫॉर ਅ ਨਿਊ ਹੋਮਲੈਂਡ ਜਿਹੜਾ ਕੁਐਸਟ ਵਰਡ ਹੁੰਦਾ ਨਾ ਇਹਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਭਾਲ ਆਪਾਂ ਇੰਟਰੋਡਕਸ਼ਨ ਜਿਹੜੀ ਆਪਾਂ ਨੂੰ ਉੱਪਰ ਸਟੇਟਮੈਂਟ ਦਿੱਤੀ ਸੀਗੀ ਆਪਾਂ ਕੋਈ ਵੀ ਚੀਜ਼ 'ਚ ਬਦਲਾਅ ਨਹੀਂ ਕੀਤਾ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਕੀ ਲਿਖਿਆ ਕਿ ਹਿਊਮਨ ਹੈ ਜਿਹੜਾ ਉਹ ਧਰਤੀ ਦੇ ਉੱਤੇ ਵਲਨਰੇਬਲ ਹੋ ਗਿਆ ਅਨਪ੍ਰੋਟੈਕਟਡ ਹੈ ਇਸ ਕਰਕੇ ਕਈ ਲੋਕ ਸੋਚਦੇ ਆ ਕਿ ਸਰਕਾਰ ਨੂੰ ਬਹੁਤ ਜ਼ਿਆਦਾ ਪੈਸਾ ਸਪੇਸ ਰਿਸਰਚ ਤੇ ਲਾਉਣਾ ਚਾਹੀਦਾ ਹੈ ਕਿ ਨਵੀਂ ਕੋਈ ਰਹਿਣ ਬਸੇਰਾ ਲੱਭਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਅੱਛੇ ਤਰੀਕੇ ਨਾਲ ਉੱਥੇ ਰਹਿ ਸਕੀਏ ਇਹ ਹੈ ਰੀਫਰੇਜ਼ ਤੋਂ ਅਗਲੀ ਚੀਜ਼ ਮੈਂ ਤੁਹਾਨੂੰ ਕੀ ਕਿਹਾ that is called a thesis ਹੁਣ thesis ਦੇਖਿਓ ਕੀ ਲਿਖਿਆ ਮੈंने I largely agree ਹੁਣ ਮੈਂ ਪ੍ਰੋਪਰ largely agree ਹੋ ਗਿਆ with this statement ਹੁਣ ਮੈਂ ਪਤਾ ਕੀ ਕਹਿਣਾ ਚਾਹ ਰਿਹਾ ਵੀ ਹਾਂਜੀ ਸਰਕਾਰ ਨੂੰ ਬਹੁਤ ਜ਼ਿਆਦਾ ਪੈਸਾ ਹੋਰ ਜਗ੍ਹਾ ਨੂੰ ਲੱਭਣ ਤੇ ਲਾਣਾ ਚਾਹੀਦਾ ਹੈ ਤਾਂ ਜੋ ਆਪਣਾ ਬੰਦੇ ਦਾ ਲਿਵਿੰਗ ਹੈ ਜਿਹੜਾ ਉਹ ਉੱਥੇ ਚੱਲ ਜਾਏ ਕਿਉਂਕਿ ਇਹ ਜਿਹੜੀ ਧਰਤੀ ਹੈ ਨਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਤਾਂ ਖਤਮ ਹੀ ਹੋ ਜਾਊਗੀ ਇਹ ਤਾਂ ਅਨਪ੍ਰੋਟੈਕਟਡ ਹੈ ਉਹਦੇ ਤਾਂ ਲੋਕਾਂ ਨੇ ਗੰਦੇ ਬਹੁਤ ਪਾਤਾ ਇਸ ਕਰਕੇ ਸਾਨੂੰ ਹੋਰ ਜਗ੍ਹਾ ਲੱਭਣੀ ਚਾਹੀਦੀ ਹੈ ਇਹ ਟੌਪਿਕ ਹੈ ਇਹ ਆਪਾਂ ਆਪਣੀ ਚੁਆਇਸ ਨਾਲ ਲਿਖ ਸਕਦੇ ਹਾਂ ਮੈਂ ਕਿਹਾ I largely agree with this statement ਮੈਂ ਇਸ ਸਟੇਟਮੈਂਟ ਨਾਲ ਅਗਰੀ ਹਾਂ ਡਿਊ ਟੂ ਕਿਹੜੇ ਕਾਰਨਾਂ ਕਰਕੇ ਅਗਰੀ ਹਾਂ ਮੈਂ ਓਵਰ ਕੰਜ਼ੰਪਸ਼ਨ ਆਫ ਨੈਚੁਰਲ ਰਿਸੋਰਸਿਸ ਮੈਂ ਇੱਕ ਤਾਂ ਬੀਪੀ ਦੇ ਵਿੱਚ ਟਾਕ ਕਰੂੰਗਾ ਕਿ ਓਵਰ ਕੰਜ਼ੰਪਸ਼ਨ ਆਫ ਨੈਚੁਰਲ ਰਿਸੋਰਸਿਸ ਹੈ ਕਿ ਲੋਕਾਂ ਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨੈਚੁਰਲ ਰਿਸੋਰਸਿਸ ਨੂੰ ਵਰਤਣਾ ਸ਼ੁਰੂ ਕੀਤਾ ਹੋਇਆ ਪਾਣੀ ਹੋ ਗਿਆ ਕੋਲ ਹੋ ਗਿਆ ਪੈਟਰੋਲ ਹੋ ਗਿਆ ਕਹਿੰਦਾ ਮੈਂ ਸੋਚ ਰਿਹਾ ਵੀ ਇੰਨਾ ਜ਼ਿਆਦਾ ਵਰਤਦੇ ਨੇ ਇਹ ਤਾਂ ਖਤਮ ਹੋ ਜਾਊਗਾ ਜਿਸ ਦਿਨ ਖਤਮ ਹੋ ਗਿਆ ਉਸ ਦਿਨ ਸਾਡਾ ਲਿਵਿੰਗ ਕਿਵੇਂ ਰਹਿ ਜਾਊਗਾ ਇਸ ਦੇ ਉੱਤੇ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਸਰਕਾਰ ਬਹੁਤ ਜ਼ਿਆਦਾ ਪੈਸਾ ਲਾਵੇ ਤੇ ਉੱਪਰ ਜਾ ਕੇ ਲੱਭੇ ਕੋਈ ਆਪਣਾ ਲਿਵਿੰਗ ਸਟੈਂਡਰਡ ਕਿੱਥੇ ਹੋਏਗਾ ਐਂਡ ਬੀਪੀ ਅਗਲੇ ਚ ਮੈਂ ਕੀ ਕਰੂੰਗਾ ਰਾਈਜ਼ਿੰਗ ਲੈਵਲ ਆਫ ਪੋਲਿਊਸ਼ਨ ਔਨ ਅਰਥ ਕਹਿੰਦਾ ਮੇਰੇ ਦੋ ਕਾਰਨ ਨੇ ਜਿੰਨਾ ਕਰਕੇ ਮੈਂ ਚਾਹੁੰਦਾ ਕਿ ਸਰਕਾਰ ਪੈਸਾ ਲਾਵੇ ਤੇ ਅਸੀਂ ਧਰਤੀ ਨੂੰ ਛੱਡ ਕੇ ਕੋਈ ਹੋਰ ਜਗ੍ਹਾ ਲੱਭੀਏ ਕਿਉਂਕਿ ਧਰਤੀ ਹੁਣ ਸੇਫ ਨਹੀਂ ਹੈਗੀ ਮੈਨੇ ਆ ਐਸ ਤੋਂ ਲੈ ਕੇ ਬੱਚੇ ਅਰਥ ਤੱਕ ਮੈਨੇ ਪ੍ਰੋਪਰ ਇੰਟਰੋਡਕਸ਼ਨ ਲਿਖੀ ਤੇ ਇਹਦਾ ਹਾਫ ਬੈਂਡ ਹੁੰਦਾ ਹੈਗਾ ਤੇ ਹਾਫ ਬੈਂਡ ਦਾ ਕੀ ਆ BP2 ਤੇ BP3 ਦੇ ਵਿੱਚ ਆ ਚੀਜ਼ਾਂ ਹੁਣ ਮੈਂ ਥੋੜਾ ਹੋਰ ਤਰੀਕੇ ਨਾਲ ਸਮਝਾਉਣਾ ਤੁਹਾਨੂੰ ਹੁਣ ਦੇਖੋ ਮੈਨੇ ਕੀ ਕੀਤਾ 3 BP ਬਣਾਉਣੇ ਆ ਥੀਸਿਸ ਦੇ ਵਿੱਚ ਮੈਂ ਅਗਰੀ ਹੋ ਗਿਆ ਕਿ ਸਰਕਾਰ ਨੂੰ ਪੈਸਾ ਲਾਉਣਾ ਚਾਹੀਦਾ ਹੈ ਹੁਣ ਧਿਆਨ ਨਾਲ ਮੇਰੀ ਗੱਲ ਨੂੰ ਸੁਣ ਲਿਓ ਉਰੇ ਚੇਂਜ ਕੀ ਆ ਰਹੇਗਾ ਜਿਹੜਾ ਹੁਣ ਬਾਡੀ ਪੈਰਾਗ੍ਰਾਫ 3 ਨੇ ਨਾ ਹੁਣ ਤਿੰਨੇ ਥੋੜੀ ਅਗਰੀ ਦੇ ਬਣਨਗੇ ਹੁਣ ਗੌਰ ਨਾਲ ਸੁਣਿਓ BP2 ਅਗਰੀ ਦਾ BP3 ਅਗਰੀ ਦਾ ਕਿਉਂਕਿ ਮੈਂ ਥੀਸਿਸ ਦੇ ਵਿੱਚ ਨਾ ਕਹਿ ਕੇ ਆਇਆ ਨਾ ਮੈਂ ਅਗਰੀ ਹਾਂ ਤਾਂ BP2 ਤੇ BP3 ਦੇ ਵਿੱਚ ਅਗਰੀ ਹੋਊਗਾ ਤੇ ਜਿਹੜਾ BP1 ਹੈ ਨਾ that is called a disagree ਹੁਣ ਗੌਰ ਨਾਲ ਸੁਣ ਲਿਓ ਜਿਹੜੀ ਚੀਜ਼ ਦੇ ਵਿੱਚ ਤੁਸੀਂ ਥੀਸਿਸ ਲਾਈਨ ਲਿਖ ਕੇ ਆਏ ਵੀ ਜਿਹਦੇ ਨਾਲ ਮੈਂ ਬਹੁਤ ਜ਼ਿਆਦਾ ਅਗਰੀ ਹਾਂ ਜਾਂ ਮੈਂ ਡਿਸਅਗਰੀ ਹਾਂ ਉਹ ਬਾਡੀ ਪੈਰਾਗ੍ਰਾਫ 2 ਤੇ ਬਾਡੀ ਪੈਰਾਗ੍ਰਾਫ 3 ਦੇ ਵਿੱਚ ਆਉਣਗੇ ਤਾਂ ਉਹ ਤੋਂ ਜਿਹੜਾ ਬਿਲਕੁਲ ਉਲਟ ਹੋਏਗਾ ਤਾਂ ਉਹ ਬਾਡੀ ਪੈਰਾਗ੍ਰਾਫ 1 ਦੇ ਵਿੱਚ ਆਏਗਾ ਹੁਣ ਜਿਹੜਾ ਬਾਡੀ ਪੈਰਾਗ੍ਰਾਫ ਦੇਖੋ 2 ਹੈ ਮੈਂ ਥੀਸਿਸ ਕੀ ਲਿਖ ਕੇ ਆਇਆ ਓਵਰ ਕੰਜ਼ੰਪਸ਼ਨ ਜੋ ਵੀ ਸੀਗਾ ਮੈਂ ਲਿਖਿਆ ਓਵਰ ਕੰਜ਼ੰਪਸ਼ਨ ਆਫ ਨੈਚੁਰਲ ਰਿਸੋਰਸਿਸ ਤੇ BP3 ਦੇ ਵਿੱਚ ਮੈਂ ਕੀਤਾ ਸੀਗਾ ਆਪਣਾ ਪੋਲਿਊਸ਼ਨ ਔਨ ਅਰਥ ਮਤਲਬ ਮੈਨੇ ਥੀਸਿਸ ਦੇ ਵਿੱਚ ਕਰਤਾ ਵੀ ਆਹ ਦੋ ਕਾਰਨਾਂ ਕਰਕੇ ਮੈਂ ਅਗਰੀ ਹਾਂ ਕਿ ਉੱਪਰ ਪੈਸਾ ਲਾਇਆ ਜਾਵੇ ਉੱਪਰ ਅੰਤਰਿਕਸ਼ ਦੇ ਵਿੱਚ ਸਪੇਸ ਰਿਸਰਚ ਤੇ ਦਿੱਤਾ ਜਾਵੇ ਹੁਣ ਜਿਹੜਾ BP1 ਹੈ ਨਾ ਮੈਂ ਇਹਦੇ ਡਿਸਅਗਰੀ ਹਾਂ ਮੈਂ ਬਿਲਕੁਲ ਉਲਟ ਲਿਖੂੰਗਾ ਹੁਣ ਮੈਂ ਤੁਹਾਨੂੰ ਲਿਖਿਆ ਹੋਇਆ ਦਿਖਾਣਾ ਕਿ ਮੈਂ ਕਿਵੇਂ ਲਿਖਿਆ ਤੇ ਇੱਕ ਗੱਲ ਦਿਮਾਗ 'ਚ ਰੱਖਿਓ ਬੋਡੀ 1 ਬਣਾਉਣਾ ਚਾਹੇ ਬੋਡੀ 2 ਬਣਾਉਣਾ ਚਾਹੇ ਬੋਡੀ 3 ਬਣਾਉਣੇਗਾ ਇਹਨੂੰ ਲਿਖਣ ਦੇ ਲਈ 4 ਚੀਜ਼ਾਂ ਤੁਹਾਡੇ ਹਰੇਕ ਬੋਡੀ ਦੇ ਵਿੱਚ ਮੈਂਸ਼ਨ ਹੋਣੀਆਂ ਚਾਹੀਦੀਆਂ ਨੇ ਨੰਬਰ 1 that is called a task statement ਇਹ ਐਸੇ ਜਿਹੜਾ ਮਰਜ਼ੀ ਹੈ ਕੋਈ ਵੀ ਕਾਈਂਡ ਹੈ ਚਾਹੇ ਬੋਥ ਵਿਊ ਪ੍ਰੋਬਲਮ ਸੋਲੂਸ਼ਨ ਕੋਈ ਵੀ ਹੈ 4 ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਟਾਸਕ ਸਟੇਟਮੈਂਟ ਹੁਣ ਟਾਸਕ ਸਟੇਟਮੈਂਟ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਪੂਰੇ BP ਦੇ ਵਿੱਚ ਕਿਸ ਚੀਜ਼ ਬਾਰੇ ਟਾਕ ਕਰੂੰਗਾ ਮੈਂ ਉਹ 1-2 ਲਾਈਨਾਂ ਦੇ ਵਿੱਚ ਦੱਸ ਦਾਣਾ ਉਹਨੂੰ ਟਾਸਕ ਸਟੇਟਮੈਂਟ ਕਹਿੰਦੇ ਆ ਦੂਜੇ ਨੰਬਰ ਤੇ ਹੁੰਦਾ ਐਕਸਪਲੇਨ ਕਰਨਾ ਜਿਹੜੀ ਮੈਂ ਟਾਸਕ ਸਟੇਟਮੈਂਟ ਦਿੱਤੀ ਕਿ ਭਰਾਵਾ ਮੈਂ ਇਸ ਚੀਜ਼ ਬਾਰੇ ਗੱਲ ਕਰਨੀ ਆ ਤਾਂ ਮੈਂ ਉਸ ਨੂੰ ਅੱਛੇ ਤਰੀਕੇ ਨਾਲ ਐਕਸਪਲੇਨ ਕਰੂੰਗਾ ਕਿ ਆਹ ਦੇਖੋ ਮੈਂ ਇਹਨੂੰ ਕਿਵੇਂ ਐਕਸਪਲੇਨ ਕੀਤਾ ਥਰਡ ਨੰਬਰ ਤੇ ਆਉਂਦੇ ਆ that is called a ਐਗਜ਼ਾਮਪਲ ਤੇ ਲਾਸਟ ਤੇ ਆਉਂਦਾ that is called a ਇਫੈਕਟ ਕਹਿ ਲਓ ਚਾਹੇ ਰਿਜ਼ਲਟ ਕਹਿ ਲਓ ਤੁਹਾਨੂੰ ਇਹ 4 ਥਿੰਗਸ ਆਉਣੀਆਂ ਚਾਹੀਦੀਆਂ ਨੇ ਜੇ ਤੁਸੀਂ ਰਾਈਟਿੰਗ ਦੇ ਵਿੱਚੋਂ ਬੈਂਡ ਸਕੋਰ ਨੂੰ ਲੈ ਕੇ ਆਉਣੇਗਾ ਧਿਆਨ ਨਾਲ ਦੇਖ ਲਓ ਮੇਰੀ ਟਾਕ ਨੂੰ ਮੈਂ ਕਿਹੜੀਆਂ 4 ਥਿੰਗਸ ਲਿਖੀਆਂ ਨੇ ਟਾਸਕ ਸਟੇਟਮੈਂਟ ਐਕਸਪਲੇਨ
एग्जाम्पल ते इफेक्ट। हुण मैं तुहानूं दिखाउणा कि मैं टास्क स्टेटमेंट किवें लिखिया, एक्सप्लेन किवें करिया, एग्जाम्पल किवें दिता ते इफेक्ट किवें करिया। ध्यान नाल देखो, शुरू मैंने कीता टू कमेंट्स विद कॉमा। तुसीं कोई भी ऐसे नूं शुरू करदे हुंदे हो, इहनूं साइन पोस्ट कह लो चाहे टास्क स्टेटमेंट कह लो, इक्को गल है। कहना टू कमेंट्स विद, शुरू कर रहे हैं मैं, देयर आर सम रीजंस ऑफ व्हाई कॉस्मिक रिसर्च, cosmic research is a synonym of space research. Why cosmic research to find new homes could have grave repercussion। ਜਿਹੜਾ grave repercussion word ਹੈ ਨਾ, ਮਤਲਬ ਕੀ ਹੁੰਦਾ ਹੈ ਕਿ ਜਦੋਂ ਨੈਗੇਟਿਵ ਕਿਸੇ ਚੀਜ਼ ਦੇ ਬਹੁਤ ਮਾੜੇ ਪ੍ਰਭਾਵ ਹੋਣ। ਕਹਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂਗਾ ਕਿ ਜਿਹੜਾ ਨਵੇਂ ਸਿਰੇ ਤੋਂ ਜੇ ਤੁਸੀਂ ਇਹ ਸੋਚਦੇ ਹੋ, ਕਹਿੰਦਾ ਸ਼ੁਰੂ ਕਰਿਆ ਕਿ ਸਮ ਰੀਜ਼ਨਸ ਆਫ ਜਿਹੜੀ ਕਾਸਮਿਕ ਰਿਸਰਚ ਹੈ, ਜਿਹੜੀ ਸਪੇਸ ਰਿਸਰਚ ਹੈ, ਨਵੇਂ ਹੋਮ ਲੱਭਣ ਦੀ ਇਹਦੇ ਗ੍ਰੇਵ ਰੀਪਰਕਸ਼ਨ ਨੇ, ਇਹਦੇ ਬਹੁਤ ਮਾੜੇ ਪ੍ਰਭਾਵ ਨੇ। ਹੁਣ ਦੇਖੀਏ ਕਿਹੜੇ ਕਿਹੜੇ ਕਹਿੰਦਾ ਹੈਗਾ। ਦਾ ਪ੍ਰੀਡੋਮੀਨੈਂਟ ਹੁੰਦਾ ਹੈਗਾ ਇੰਪੋਰਟੈਂਟ। ਦੇਖੋ ਆਪਾਂ ਇਹ ਚੋਂ ਵਰਡ ਕਿਹੜੇ ਕਿਹੜੇ ਸਿੱਖ ਰਹੇ, ਕਾਸਮਿਕ ਰਿਸਰਚ ਦੇਖਿਆ, ਹੁਣ ਕਿ ਪ੍ਰੀਡੋਮੀਨੈਂਟ ਇੰਪੋਰਟੈਂਟ। ਦਾ ਪ੍ਰੀਡੋਮੀਨੈਂਟ वन इज कहना इंपॉर्टेंट किहड़ा है, वास्ट अमाउंट ऑफ फंडिंग। वास्ट अमाउंट ऑफ फंडिंग होता है कि बहुत ज्यादा मात्रा दे विच पैसे लगदे आ जदों आपां रिसर्च करदे आ, स्पेस रिसर्च करदे आ। वुड बी रिक्वायर्ड टू फाइनेंस स्पेस एक्सप्लोरेशन विद नो गारंटी ऑफ सक्सेस। बहुत ज्यादा पैसा लाना पैंदा हैगा जे आपां उपर रिसर्च करने ते ओदी कोई गारंटी भी नहीं हुंदी कि कामयाबी मिलूगी या ना मिलूगी। खास तौर ते आपां देखदे हो जिवें मंगल ग्रह ते आपां देखिया जां कुछ भी देखिया है ना, तां कई बार सक्सैस हो जांदे ने ते कई बार नहीं हुंदे। कहना दिस मनी कुड बी यूज्ड टू इंप्रूव ਹੈਲਥ ਸਰਵਿਸ ਗਲੋਬਲੀ। ਕਹਿੰਦਾ ਜਿਹੜਾ ਪੈਸਾ ਤੁਸੀਂ ਉੱਪਰ ਲਾਉਣਾ ਹੈਗਾ ਤੇ ਉਹਦੀ ਕੋਈ ਗਾਰੰਟੀ ਵੀ ਨਹੀਂ ਹੈਗੀ ਕਿ ਆਪਾਂ ਨੂੰ ਕੋਈ ਸਕਸੈਸ ਮਿਲੂਗੀ ਨਾ ਮਿਲੂਗੀ। ਇਹ ਤੋਂ ਚੰਗਾ ਤਾਂ ਆਪਾਂ ਨੂੰ ਚਾਹੀਦਾ ਹੈਗਾ ਜਾਂ ਸਰਕਾਰ ਨੂੰ ਚਾਹੀਦਾ ਕਿ ਹੈਲਥ ਸਰਵਿਸ ਲੋਕਾਂ ਨੂੰ ਬਹੁਤ ਵਧੀਆ ਦੇ ਦੇ, ਐਂਡ ਟੂ ਪ੍ਰੋਵਾਈਡ ਬੈਟਰ ਐਜੂਕੇਸ਼ਨ ਫॉर ਆਲ, ਤੇ ਬਹੁਤ ਵਧੀਆ ਐਜੂਕੇਸ਼ਨ ਦੇ ਦੇ। ਕਹਿਣ ਦਾ ਮਤਲਬ ਇਹ ਹੈਗਾ ਕਿ ਸਰਕਾਰ ਉੱਪਰ ਸਪੇਸ ਰਿਸਰਚ ਦੇ ਪੈਸੇ, ਕਿਉਂਕਿ ਆਪਾਂ ਲਾਰਜਲੀ ਅਗਰੀ ਕੀਤਾ ਪਰ BP2 ਤੇ BP3 ਚ ਆਪਾਂ ਅਗਰੀ ਹੋਵਾਂਗੇ ਤਾਂ BP1 ਇਹਦੇ ਉਲਟ ਲਿਖਣਾ ਹੈ। ਆ ਡਿਸਅਗਰੀ ਦਾ ਪੈਰਾ ਬਣਾਇਆ ਹੋਇਆ ਮੈਨੇ। ਹੁਣ ਇਹ ਚ ਮੈਂ ਕੀ ਕਿਹਾ ਵੀ ਸਰਕਾਰ ਨੂੰ ਭਾਈ ਪੈਸੇ ਨਹੀਂ ਲਾਉਣੇ ਚਾਹੀਦੇ, ਕਿਉਂਕਿ ਉਹਨੂੰ ਇਦੋਂ ਚੰਗਾ ਤਾਂ ਹੈਲਥ ਸਰਵਿਸ ਤੇ ਪੈਸੇ ਲਾ ਦੇ ਤੇ ਬੈਟਰ ਐਜੂਕੇਸ਼ਨ ਤੇ ਲਾ ਦੇ। देयरफॉर ਇਹਦਾ ਰਿਜ਼ਲਟ ਕੀ ਨਿਕਲੂਗਾ, ਸਰਚ ਫॉर ਨਿਊ ਪਲੈਨਟ ਮਾਈਟ ਬੀ ਅ ਵੇਸਟ ਆਫ ਵੈਲਿਊਏਬਲ ਰਿਸੋਰਸਿਸ। ਕਹਿੰਦਾ ਨਵੇਂ ਆਪਾਂ ਪਲੈਨਟ ਨੂੰ ਸਰਚ ਕਰਦੇ ਕਰਦੇ ਆਪਾਂ ਬਹੁਤ ਸਾਰੇ ਵੈਲਿਊਏਬਲ ਸੋਰਸਿਸ ਨੇ ਜਿਹੜੇ ਉਹਨੂੰ ਵੀ ਆਪਾਂ ਵੇਸਟ ਕਰ ਲਾਂਗੇ। ਤਾਂ ਕਹਿਣ ਦਾ ਮਤਲਬ ਆਪਾਂ ਇਹ ਹੋ ਗਏ ਡਿਸਅਗਰੀ। ਤੇ ਇੱਕ ਗੱਲ ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਇੱਕ ਚੀਜ਼ ਸਮਝਾਈ ਸੀਗੀ, ਆ ਚਾਰ ਚੀਜ਼ਾਂ ਮੈਂਸ਼ਨ ਹੋਣਗੀਆਂ, ਟਾਸਕ ਸਟੇਟਮੈਂਟ, ਐਕਸਪਲੇਨ, ਐਗਜ਼ਾਮਪਲ ਤੇ ਇਫੈਕਟ। ਪਰ ਜਿਹਦੇ ਤੁਸੀਂ ਬਿਲਕੁਲ ਉਲਟੋਂ ਜਿਹੜਾ ਤੁਸੀਂ ਬੋਡੀ 1 ਦੇ ਵਿੱਚ ਲਿਖ ਰਹੇ ਹੋਗੇ ਉਹਦੇ ਚ ਆ ਚੀਜ਼ਾਂ ਨਹੀਂ ਆਪਾਂ ਕਹਿੰਦੇ। BP2 ਤੇ BP3 ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਕਿਹੜੀ ਲਾਈਨ ਤੱਕ ਮੈਂ ਟਾਸਕ ਸਟੇਟਮੈਂਟ ਕੀਤੀ, ਅੱਗੇ ਕਿਹੜੀ ਲਾਈਨ ਤੱਕ ਮੈਂ ਉਹਨੂੰ ਐਕਸਪਲੇਨ ਕੀਤਾ, ਕਿਹੜੀ ਲਾਈਨ ਤੱਕ ਉਹਦੀ ਐਗਜ਼ਾਮਪਲ ਦਿੱਤੇ, ਕਿਹੜੀ ਦਾ ਇਫੈਕਟ ਕੀਤਾ। ਬਸ ਇਹ ਚ ਆਪਾਂ ਨੇ ਕੀ ਚੀਜ਼ਾਂ ਮੈਂਸ਼ਨ ਕੀਤੀਆਂ ਨੇਗੀਆਂ, ਗੌਰ ਨਾਲ ਦੇਖੋ। ਮੈਂ ਟਾਸਕ ਸਟੇਟਮੈਂਟ ਦਿੱਤਾ, ਉਸ ਤੋਂ ਬਾਅਦ ਮੈਨੇ ਉਹਦਾ ਰੀਜ਼ਨ ਦਿੱਤਾ ਤੇ ਉਸ ਤੋਂ ਬਾਅਦ ਮੈਨੇ ਉਹਦਾ ਇਫੈਕਟ ਦਿੱਤਾ। ਇਹ ਚ ਐਗਜ਼ਾਮਪਲ ਮੈਨੇ ਪਾਈ ਨਹੀਂ ਹੈਗੀ। ਸਾਰੇ BP ਦੇ ਵਿੱਚ ਮੈਨੇ ਇਹੀ ਕਿਹਾਗਾ, ਉਲਟ ਲਿਖਿਆ ਨਾ ਕਿ ਇਹ ਤਾਂ ਗ੍ਰੇਵ ਰੀਪਰਕਸ਼ਨ ਨੇ, ਬਹੁਤ ਮਾੜੇ ਪ੍ਰਭਾਵ ਨੇ ਜੇ ਉੱਪਰ ਕਾਸਮਿਕ ਰਿਸਰਚ ਹੁੰਦੀ ਹੈ, ਬਹੁਤ ਜ਼ਿਆਦਾ ਪੈਸਾ ਲੱਗਦਾ ਹੈ, ਕੋਈ ਗਾਰੰਟੀ ਨਹੀਂ। ਇਦੋਂ ਚੰਗਾ ਜਿਹੜਾ ਆ ਸਾਰਾ ਪੈਸਾ ਹੈਗਾ ਇੱਥੋਂ ਆਪਾਂ ਕਿਸੇ ਵਧੀਆ ਐਜੂਕੇਸ਼ਨ ਤੇ ਲਾ ਲਈਏ ਜਾਂ ਹੈਲਥ ਤੇ ਲਾ ਲਈਏ। ਦੈਟਸ ਇਟ। ਹੁਣ ਆਪਾਂ ਅਗਰੀ ਵੱਲ ਜਾਂਦੇ ਆ। ਮੈਂ ਤੁਹਾਨੂੰ ਅਗਲੇ 2 ਪੈਰਾਗ੍ਰਾਫ ਦਿਖਾਉਣਾ ਤੇ ਉਹ ਚ ਮੈਂ ਤੁਹਾਨੂੰ ਇਹ ਵੀ ਦਿਖਾਉਂਗਾ ਕਿ ਮੈਂ ਲਿਖਿਆ ਕਿਵੇਂ ਆ। 2 ਪੈਰੇ ਅਗਰੀ ਦੇ, ਹੁਣ ਗੌਰ ਨਾਲ ਸੁਣਿਓ। ਯੈਸ ਫਾਈਨ। ਔਨ ਦਾ ਕੰਟਰੈਰੀ, ਕਹਿੰਦਾ ਔਨ ਦਾ ਕੰਟਰੈਰੀ ਦਾ ਮਤਲਬ ਕੀ ਹੋ ਗਿਆ ਕਿ ਹੁਣ ਮੈਂ ਇਹਦੀ ਜਿਹੜੀ ਸਟੇਟਮੈਂਟ ਹੈ ਇਹਦੇ ਉਲਟ ਜਾ ਰਿਹਾ ਹਾਂਗਾ। देयर आर multifarious reasons why life on earth is becoming unsustainable ਹੁੰਦਾ ਹੈ ਕਿ ਟਿਕਾਊ ਨਹੀਂ ਹੈਗੀ। ਕਹਿੰਦਾ ਮੈਂ ਬਹੁਤ ਸਾਰੇ ਕਾਰਨ ਨੇ ਉਹ ਤੁਹਾਨੂੰ ਦੱਸ ਸਕਦਾ ਕਿ ਧਰਤੀ ਦੇ ਉੱਤੇ ਜਿਹੜੀ ਲਾਈਫ ਹੈਗੀ ਉਹ ਅਨਸਸਟੇਨੇਬਲ ਹੈ, ਕਿ ਇਹ ਟਿਕਾਊ ਨਹੀਂ ਹੈਗੀ। ਇਹ ਨਹੀਂ ਪਤਾ ਕਿ ਕਦੋਂ ਲਾਈਫ ਖਰਾਬ ਹੋ ਜਾਏ, ਕਦੋਂ ਲਾਈਫ ਸਹੀ ਚੱਲੇ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਟਾਸਕ ਸਟੇਟਮੈਂਟ ਮੈਂ ਉਹ ਇੱਥੋਂ ਦਿੱਤੀ ਆ। ਫਸਟਲੀ ਕੌਮਾ
ओवर यूटिलाइजेशन ऑफ नैचुरल रिसोर्सिस। देखो मैं लैक्सिकल रिसोर्सिस मेरी वोकैबुलरी मैं किवें चेंज की, मैं उत्थे लिखा सी ओवर कंजप्शन ते इत्थे मैं लिखा ओवर यूटिलाइजेशन। मतलब पहला कारण तो सब तो वड्डा यही है कि लोग ना ओवर यूटिलाइजेशन ऑफ नैचुरल रिसोर्सिस ही करते आ, इज डन बाय ह्यूमन बीइंग्स। ये है टास्क स्टेटमेंट। मैं हुण टॉक करूंगा ओवर कंजप्शन दी। मैं इथों देखो तुहानूं मैं ये भी दिखा ना, इथों लैके यस इत्थे 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 वेरी गुड। ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਸਰ ਨੇ ਆਪ ਇਹ ਹੈਂਡਮੇਡ ਮੇਰਾ ਆਪਦਾ ਐਸੇ ਲਿਖਿਆ ਹੋਇਆ ਤੇ ਇਹਦੇ ਨਾਲ ਤੁਹਾਨੂੰ ਪਤਾ ਲੱਗਿਆ ਕਿ ਸਾਡਾ ਟ੍ਰੇਨਰ ਕਿਵੇਂ ਲਿਖਦਾ ਤੇ ਬੱਚਾ ਉਸ ਤੋਂ ਇਨਸਪਾਇਰ ਹੋਗਾ। ਆ ਜਿਹੜਾ ਕਲਰ ਤੁਹਾਨੂੰ ਚੇਂਜ ਹੋ ਗਿਆ ਦੈਟ ਇਜ਼ ਕਾਲਡ ਅ ਟਾਸਕ ਸਟੇਟਮੈਂਟ। ਹੁਣ ਮੈਂ ਇਹਨੂੰ ਐਕਸਪਲੇਨ ਕਰੂੰਗਾ। This is happening because of escalated demands of energy and environment degradation due to overpopulation। ਇਹ ਹੁਣ ਮੈंने ਇਹਨੂੰ ਐਕਸਪਲੇਨ ਕੀਤਾ ਕਿ ਹੋ ਤਾਂ ਰਹੇਗਾ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਲੈਵਲ ਤੇ ਵੱਧ ਗਈ, ਪੋਪੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਤੇ ਲੋਕ ਆਪਣੇ ਵਹੀਕਲਸ ਨੂੰ ਕਿੰਨਾ ਯੂਜ਼ ਕਰਦੇ ਆ, ਹਨਾ, ਤਰ੍ਹਾਂ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਵੀ ਯੂਜ਼ ਕਰਦੇ ਆ। ਇਸ ਕਰਕੇ ਕਹਿੰਦਾ ਇਹ ਸਹੀ ਨਹੀਂ ਹੈਗਾ ਹੁਣ ਧਰਤੀ ਤੇ ਰਹਿਣਾ ਕਿਉਂਕਿ ਆਪਾਂ ਓਵਰ ਕੰਜ਼ੰਪਸ਼ਨ ਓਵਰ ਯੂਟਿਲਾਈਜ਼ ਕਰ ਰਹੇ ਹਾਂਗੇ ਇਸ ਸਮਾਨ ਨੂੰ। ਹੁਣ ਆਪਾਂ ਉੱਪਰਲਾ ਜਿਹੜਾ ਕਲਰ ਸੀਗਾ ਇਹ ਸੀਗਾ ਟਾਸਕ ਸਟੇਟਮੈਂਟ ਤੇ ਇਹਨੂੰ ਮੈंने ਐਕਸਪਲੇਨ ਕਰਤਾ ਕਿ ਲੋਕਾਂ ਦੀ ਐਸਕੇਲੇਟਡ ਡਿਮਾਂਡ ਹੁੰਦੀ ਹੈ, ਬਹੁਤ ਜ਼ਿਆਦਾ ਡਿਮਾਂਡ, એનર્ਜੀ ਤੇ এনवायरमेंट ਡੀਗ੍ਰੇਡੇਸ਼ਨ ਹੋ ਰਹੀ ਹੈ ਨਾ, ਜਿਹੜਾ ਮਾਹੌਲ ਹੈ ਉਹ ਖਰਾਬ ਹੋ ਰਿਹਾ ਹੈ। ਹੁਣ ਥਰਡ ਨੰਬਰ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਐਗਜ਼ਾਮਪਲ ਦੇਵਾਂਗੇ। ਫॉर ਇੰਸਟੈਂਸ, ਐਗਜ਼ਾਮਪਲ ਲਈ ਫॉर ਇੰਸਟੈਂਸ ਵਰਡ ਆਪਾਂ ਯੂਜ਼ ਕਰਦੇ ਆ ਕੋਮਾ, ਦ ਐਕਸਟ੍ਰੈਕਸ਼ਨ ਆਫ मतलब ਜਿਹੜੀ ਵਰਤੋਂ ਕਰ ਰਹੇ ਆ ਆਪਾਂ ਬਹੁਤ ਜ਼ਿਆਦਾ ਆਫ ਫੋਸਿਲ ਫਿਊਲਸ ਸਚ ਐਜ਼ ਕੋਲ ਗੈਸ ਐਂਡ ਆਇਲ। ਹੁਣ ਜਿਹੜੇ ਫੋਸਿਲ ਫਿਊਲ ਨੇਗੇ ਕਿਹੜੇ ਕਹਿੰਦੇ, ਕੋਲ ਵੀ ਹੈ, ਗੈਸ ਵੀ ਹੈ, ਆਇਲ ਵੀ ਹੈ, ਟੂ ਸੈਟੀਸਫਾਈ ਸਰਜਿੰਗ ਡਿਮਾਂਡਸ ਆਫ ਪੀਪਲ ਹੈਜ਼ এনवायरमेंट impacts and these resources are on the brink of extinction। brink of extinction ਹੁੰਦੇ ਜਦ ਵੀ ਖਤਮ ਹੋਣ ਵਾਲੇ ਨੇਗੇ। मैंने फॉर इंस्टेंस तो लेके एक्सटिंक्शन तक नाल तां एग्जांपल दी है प्लस ये इफेक्ट भी ऐड करता। इफेक्ट का मतलब रिजल्ट मैंने ये एक्सप्लेन करता कि एग्जांपल च मैं की कीता जिवें कोल हो गया, गैस हो गया, ऑयल हो गया, इहनूं लोग इन्ना ज्यादा यूज कर रहे ने तां हुण फिर ये तो की होगा कि ਇਹਦਾ एक सब तो ਵੱਡਾ ਕਾਰਨ है कि आ जिन्नियां चीज़ां फालतू ਦੀਆਂ लोग यूज कर रहे ने ਤਾਂ ਧਰਤੀ ਦੇ ਉੱਤੇ ਜਦੋਂ ਖਤਮ ਹੋ ਗਿਆ ਤਾਂ ਖਤਮ ਹੋਣ ਦੀ ਕਗਾਰ ਤੇ ਵੀ ਨੇ ਨਾ, ਬ੍ਰਿੰਕ ਆਫ ਐਕਸਟਿੰਕਸ਼ਨ ਹੁੰਦਾ ਖਤਮ ਹੋਣ ਦੀ ਕਗਾਰ ਤੇ। ਕਹਿੰਦਾ ਇਸ ਕਰਕੇ ਮੈਂ ਕਹਿ ਰਿਹਾ ਵੀ ਧਰਤੀ ਦੇ ਉੱਤੇ ਰਹਿਣਾ ਹੁਣ ਸੇਫ ਨਹੀਂ ਰਿਹਾ, ਲੋਕ ਇੰਨਾ ਜ਼ਿਆਦਾ ਇਸ ਚੀਜ਼ ਨੂੰ ਯੂਜ਼ ਕਰ ਰਹੇ ਆ। ਆਪਾਂ ਚਾਰ ਚੀਜ਼ਾਂ ਯੂਜ਼ ਕਰੀਆਂ। ਦੇਖੋ ਟਾਸਕ ਸਟੇਟਮੈਂਟ ਮੈंने ਆ ਕਲਰ ਚ ਦਿੱਤੀ, ਇਹਨੂੰ ਐਕਸਪਲੇਨ ਕੀਤਾ, फॉर इंस्टेंस से एक्सटिंक्शन तो लेके इत्थे तक मैंने एग्जांपल भी पाती, कोल गैस आ सारी एग्जांपल है, तेरा इफेक्ट दसदा कि भरावा जे एवें लोग वरती गए तां ब्रिंक ऑफ एक्सटिंक्शन है तां खत्म हो जाणगे एक दिन। तां इस करके कहना भी धरती छड्डो, सरकार होर जगह ते लभण ते कोई नवां ग्रह लभ ले जिथे लोकां दा जीवन होवे। हुण टास्क स्टेटमेंट 2 आपां की करिया, बल्कि हैगा तां अपना बॉडी पैराग्राफ 3 है पर इह च अपने पोल्यूशन दी गल करनी सी, आपां थीसिस कह के आए सी। सेकेंडली कॉमा another concern is pollution is increasing at exponential rate। exponential rate ना बहुत ज्यादा कहना। दूसरा कारण ये है कि pollution बहुत ज्यादा बढ़ गया। everything that is essence of earth like land, the oceans and the air is being contaminated। polluted ਹੁੰਦਾ है, contaminated ਹੁੰਦਾ है, polluted। कहना जो धरती है, समुंदर ने, हवा, ये सब कुछ pollution करके जमी प्रॉपर इन्होंने की किया, पोल्यूटेड करता। हुण मैंने ਉਹੀ चीज़ां सैकेंड तो लेके एक्सपोर्टेशनल रेट तक मैंने टास्क स्टेटमेंट की। एवरीथिंग दैट इज एसेंस ऑन अर्थ, जेड़ा कुछ धरती ते है, ओशन है या कोई भी, ये सारा पोल्यूटेड हो गया। ये मैंने इन्हों एक्सप्लेन किया। थर्ड नंबर पे मैं एग्जांपल देखो, इन वायतनम फॉर एग्जांपल thousands of tons of industrial rubbish have been released illegally। illegally ਹੁੰਦਾ ਪੁਲਿਸ ਤੋਂ ਜੋ ਆਪਾਂ ਕੰਮ ਚੋਰੀ ਛਿਪੇ ਕਰਦੇ ਹਾਂ, ਜੋ 2 ਨੰਬਰ ਦਾ ਕੰਮ ਹੋਵੇ, illegally into rivers killing aquatic life। aquatic life ਹੁੰਦਾ ਪਾਣੀ ਦੀ ਜ਼ਿੰਦਗੀ, ਜਿਹੜੇ ਜਾਨਵਰ ਪਾਣੀ ਚ ਹੁੰਦੇ ਨੇ aquatic life ਹੁੰਦਾ and polluting drinking water। ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਵਾਇਤਨਮ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀਜ਼ ਇਹੋ ਜਿਹੀਆਂ ਨੇ ਜਿਹੜੀਆਂ ਆਪਣੀਆਂ ਰਬਿਸ਼ ਨੂੰ ਬਿਲਕੁਲ ਇੱਕ ਸੇਫ ਜਗ੍ਹਾ ਤੇ ਛੱਡਣ ਦੀ ਬਜਾਏ ਉਹਨਾਂ ਨੂੰ ਨਦੀਆਂ 'ਚ ਰੋੜ ਦਿੰਦੇ ਆ ਤੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਐਕੁਆਟਿਕ ਲਾਈਫ, ਜਿਹੜੇ ਮੱਛੀਆਂ, ਮਗਰਮੱਛ, ਜਿਹੜੇ ਵੀ ਪਾਣੀ 'ਚ ਰਹਿਣ ਵਾਲੇ ਜੀਵ ਨੇਗੇ, ਉਹਨਾਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ ਤੇ ਜਿਹੜੇ ਲੋਕ ਉਹ 'ਚੋਂ ਪਾਣੀ ਵੀ ਪੀਂਦੇ ਆ ਤਾਂ ਉਹ ਲਾਈਫ ਵੀ ਖਤਮ ਹੋ ਰਹੀ ਹੈ। ਹੁਣ ਇਹਦਾ ਆਪਾਂ
टास्क स्टेटमेंट भी देती, इनू एक्सप्लेन भी करता, ਇਹਦੀ ਇੱਕ एग्जांपल भी देती, लास्ट ਇਹਦਾ इफेक्ट ਕੀਤਾ। Therefore I believe it is nearly impossible to stop environmental disruption due to permanent humans demands। ਕਹਿੰਦਾ ਮੈਨੂੰ ਨਹੀਂ ਲੱਗਦਾ, मैं लास्ट ना इन्हों ओपीनियन टाइप दिता ਜਿਹੜਾ ਇਹਦਾ ਇਫੈਕਟ ਹੈ। ओपीनियन ਤਾਂ ਹੁੰਦਾ ਕਿਉਂਕਿ ਜੋ ਮੈਨੂੰ ਪੁੱਛਿਆ ਨਾ ਟੂ ਵਾਟ ਐਕਸਟੈਂਟ ਡੂ ਯੂ ਅਗਰੀ, ਹੁਣ ਜਦੋਂ ਮੇਰੇ ਤੋਂ ਪੁੱਛਿਆ ਮੈਂ ਦੱਸ ਰਿਹਾ ਨਾ, ਕਹਿੰਦਾ ਮੇਰੇ ਅਕੋਰਡਿੰਗ ਇਹ ਇੰਪੋਸੀਬਲ ਹੈ ਕਿਉਂਕਿ ਲੋਕਾਂ ਨੇ ਡਿਮਾਂਡ ਤਾਂ ਪੱਕੀਆਂ ਨੇ ਨਾ, ਉਹ ਕਿਵੇਂ ਬਦਲ ਜਾਣਗੀਆਂ। ਇਸ ਕਰਕੇ ਮੈਂ ਚਾਹੁੰਦਾ ਵੀ ਧਰਤੀ ਤਾਂ ਹੁਣ ਸੇਫ ਨਹੀਂ ਹੈਗੀ, ਆਪਾਂ ਹੋਰ ਜਗ੍ਹਾ ਲੱਭੀਏ। ਹੁਣ ਲਾਸਟ ਤੇ ਆਪਣੇ ਕੋਲ ਰਹਿ ਗਿਆ ਦੈਟ ਇਜ਼ ਕਾਲਡ ਅ ਕਨਕਲੂਜਨ। ਹੁਣ ਕਨਕਲੂਜਨ ਨੂੰ ਲਿਖਣ ਦਾ ਮੈਂ ਤਰੀਕਾ ਤੁਹਾਨੂੰ ਦਿਖਾਉਣਾ ਕੀ ਹੈਗਾ। ਕਨਕਲੂਜਨ 'ਚ ਕਦੇ ਵੀ ਕੋਈ ਨਵੀਂ ਚੀਜ਼ ਐਡ ਨਹੀਂ ਕਰਦੇ ਹੁੰਦੇ। ਇਨ ਕਨਕਲੂਜਨ ਕੋਮਾ although space research, although what ਹੁੰਦਾ ਭਾਵੇਂ space research requires considerable amount of money, ਬਹੁਤ ਜ਼ਿਆਦਾ ਪੈਸਾ ਚਾਹੀਦਾ ਹੈ space research ਲਈ, yet ਫਿਰ ਵੀ I believe it is worthy to find, worthy ਹੁੰਦਾ ਫਾਇਦੇ ਦਾ ਸੌਦਾ। ਕਹਿੰਦਾ ਮੈਂ ਬਿਲੀਵ ਕਰਦਾ ਇਹ ਵਰਦੀ ਹੈ, ਇਹ ਫਾਇਦੇ ਦਾ ਸੌਦਾ ਹੈ to find other planets for living, ਦੂਜੇ ਪਲੈਨਟ ਲੱਭਣਾ ਮੈਂ ਚਾਹੁੰਦਾ ਕਿ ਸਹੀ ਹੈ because of depletion of renewable resources, मतलब ਕੀ ਹੋ ਗਿਆ over consumption utilization, ਤਾਂ ਇੱਥੇ depletion of renewable मतलब ਕਿ ਉਹ ਜਿਹੜੇ ਹੁਣ ਯਾਰ ਇੱਕ ਵਾਰ ਪੈਟਰੋਲ ਖਤਮ ਹੋ ਗਿਆ, ਡੀਜ਼ਲ ਖਤਮ ਹੋ ਗਿਆ, ਕੋਲਾ ਖਤਮ ਹੋ ਗਿਆ, ਗੈਸ ਖਤਮ ਹੋਗੀ। ਕਹਿੰਦਾ ਇਹ ਜਿਹੜੇ ਰਿਸੋਰਸਿਸ ਨੇ ਇਹ ਖਤਮ ਹੁੰਦੇ ਜਾ ਰਹੇ ਨੇ, ਇਸ ਕਰਕੇ ਐਂਡ ਐਕਸਲਰੇਸ਼ਨ ਆਫ ਪੋਲਿਊਸ਼ਨ ਔਨ ਅਰਥ, ਜੇ ਧਰਤੀ ਦੇ ਉੱਤੇ ਜਿਹੜਾ ਪੋਲਿਊਸ਼ਨ ਹੈ ਉਹ ਵੀ ਬਹੁਤ ਵੱਡੇ ਲੈਵਲ ਤੇ ਵੱਧ ਰਹੇਗਾ। ਕਹਿੰਦਾ ਇਹ ਦੋ ਕਾਰਨਾਂ ਕਰਕੇ ਮੈਂ ਚਾਹੁੰਦਾ ਆਪਾਂ ਸਪੇਸ ਰਿਸਰਚ ਕਰੀਏ ਤੇ ਇੱਕ ਹੋਰ ਐਵੇਂ ਦੀ ਜਗ੍ਹਾ ਲੱਭੀਏ ਜਿੱਥੇ ਇੱਕ ਧਰਤੀ ਤੇ ਰਹਿਣਾ ਬੰਦੇ ਦੇ ਲਈ ਸੇਫ ਹੋ ਜੇ। ਤਾਂ ਮੈਂ ਜਿੰਨਾ ਹੁਣ ਅੱਜ ਆਪਾਂ ਐਸੇ ਕੀਤਾ, ਪ੍ਰੋਪਰ ਐਸੇ ਦੇ ਵਿੱਚ ਮੈਂ ਕੀ ਸਮਝਾਇਆ, ਅਗਰੀ ਡਿਸਅਗਰੀ ਦੇ ਐਸੇ ਦੇ ਵਿੱਚ ਜਸਟ ਤੁਸੀਂ ਜਾਂ ਪੂਰਾ ਅਗਰੀ ਹੋਣਾ ਜਾਂ ਪੂਰਾ ਡਿਸਅਗਰੀ ਹੋਣਾ। ਟੂ ਵਾਟ ਐਕਸਟੈਂਟ ਅਗਰੀ ਡਿਸਅਗਰੀ ਦੇ ਐਸੇ ਦੇ ਵਿੱਚ ਤੁਸੀਂ 3 ਪੈਰਾਗ੍ਰਾਫ ਬਣਾਉਣੇ ਆ, 2 ਪੈਰਾਗ੍ਰਾਫ ਜਿਹਦੇ ਕਣੀ ਤੁਸੀਂ ਪੂਰਾ ਹੱਕ ਚੋਂ ਤੇ 1 ਪੈਰਾਗ੍ਰਾਫ ਉਤੇ ਉਲਟ, ਤੇ ਜਿਹੜਾ ਪੈਰਾਗ੍ਰਾਫ ਉਲਟ ਹੋਊਗਾ ਉਹ ਬੋਡੀ ਪੈਰਾਗ੍ਰਾਫ 1 ਹੋਊਗਾ, ਮਤਲਬ ਕਿ ਪਹਿਲਾਂ ਲਿਖਣਾ ਹੈਗਾ ਉਹਨੂੰ, ਤੇ ਬੋਡੀ 2 ਤੇ ਬੋਡੀ 3 ਉਹ ਪੈਰਾਗ੍ਰਾਫ ਹੋਣਗੇ ਜਿਨ੍ਹਾਂ ਦੇ ਤੁਸੀਂ ਦੋਨੇ ਪੁਆਇੰਟ ਨੇ। ਕਨਕਲੂਜਨ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਮੈਂਸ਼ਨ ਕਰਨੀ, ਜਸਟ ਸਿਨੋਨਿਮ ਦੇ ਤੌਰ ਤੇ ਤੁਸੀਂ ਉਸ ਨੂੰ ਚੇਂਜ ਕਰਕੇ ਲਿਖ ਦੇਣਾ ਹੈ। ਸੋ ਇਹ ਸੀਗਾ ਆਪਣਾ ਰਾਈਟਿੰਗ ਟਾਸਕ 2 ਜਿਹਦੇ ਚ ਆਪਾਂ ਨੇ ਅਗਰੀ ਤੇ ਡਿਸਅਗਰੀ, ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਅਗਰੀ ਨੂੰ ਐਕਸਪਲੇਨ ਕੀਤਾ। ਨੈਕਸਟ ਐਸੇ ਜਿਹੜਾ ਮੇਰਾ ਹੋਏਗਾ ਐਡਵਾਂਟੇਜ ਔਰ ਡਿਸਐਡਵਾਂਟੇਜ, ਐਡਵਾਂਟੇਜ ਆਊਟਵੇ ਡਿਸਐਡਵਾਂਟੇਜ, ਮੈਂ ਇਹਨਾਂ 'ਚ ਵੀ ਤੁਹਾਨੂੰ ਪ੍ਰੋਪਰ ਕਲੀਅਰ ਕਰੂੰਗਾ ਤੇ ਮੈਂ ਚਾਹੂੰਗਾ ਕਿ ਤੁਸੀਂ ਕਿਸ ਲੈਵਲ ਤੇ ਆ ਕੇ ਆਪਣੇ ਰਾਈਟਿੰਗ ਟਾਸਕ ਤੋਂ ਬੈਂਡ ਸਕੋਰ ਲੈ ਕੇ ਆ ਸਕਦੇ ਹੋ। ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੋਗਾ ਤਾਂ ਮੈਂ ਵੀਡੀਓਜ਼ ਨੂੰ ਅਪਲੋਡ ਕਰਦਾ ਰਹਿਣਾ, ਤਾਂ ਡੈਫੀਨਿਟਲੀ ਤੁਸੀਂ ਮੇਰੇ ਚੈਨਲ ਰਮਨ ਆਇਲਸ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤ ਮਿੱਤਰਾਂ ਤੋਂ ਵੀ ਸਬਸਕ੍ਰਾਈਬ ਕਰਾਓ। ਤੇ ਚੈਨਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਤੁਹਾਡਾ ਇੰਨਾ ਪਿਆਰ ਮਿਲ ਰਿਹਾ ਤੇ ਮੈਂ ਇੱਕ ਦਿਨ ਦੇ ਵਿੱਚ ਹੁਣ ਤਾਂ 2-2 3-3 ਵੀਡੀਓਜ਼ ਵੀ ਅਪਲੋਡ ਕਰ ਰਿਹਾ ਤਾਂ ਜੋ ਤੁਹਾਨੂੰ ਬਹੁਤ ਹੈਲਪ ਹੋ ਸਕੇ। ਸੋ ਥੈਂਕ ਯੂ ਵੈਰੀ ਮਚ। So take care, goodbye.